ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਚੌਥਾ। ਆਦਿ ਪੁਰਖ ਅਪਰੰਪਰ ਆਪੇ, ਆਪੇ ਥਾਪੇ ਥਾਪ ਯੁਥਾਪੇ। ਆਦਿ ਪੁਰਖ ਅਪਰੰਪਰ ਆਪੇ, ਆਪੇ ਥਾਪੇ ਥਾਪ ਯੁਥਾਪੇ। ਸਭ ਮਹਿ ਵਰਤੈ ਏਕੋ ਸੋਈ, ਗੁਰਮੁਖ ਸੋਭਾ ਪਾਵਣਿਆ। ਹਉ ਵਾਰੀ ਜਿਉ ਵਾਰੀ, ਨਿਰੰਕਾਰੀ ਨਾਮ ਧਿਆਵਣਿਆ। ਤਿਸ ਰੂਪ ਨਾ ਰੇਖਿਆ, ਘਟ ਘਟ ਦੇਖਿਆ। ਗੁਰਮੁਖ ਅਲਖ ਲਖਾਵਣਿਆ ਰਹਾ। ਤੂੰ ਦਇਆਲ ਕਿਰਪਾਲ ਪ੍ਰਭ ਸੋਈ, ਤੁਧ ਬਿਨ ਦੂਜਾ ਅਵਰ ਨ ਕੋਈ। ਗੁਰ ਪ੍ਰਸਾਦ ਕਰੇ ਨਾਮ ਦੇਵੈ, ਨਾਮੇ ਨਾਮ ਸਮਾਵਣਿਆ। ਤੂੰ ਆਪੇ ਸੱਚਾ ਸਿਰਜਣਹਾਰਾ, ਭਗਤੀ ਭਰੇ ਤੇਰੇ ਪੰਡਾਰਾ। ਗੁਰਮੁਖ ਨਾਮ ਮਿਲੈ ਮਨ ਭੀਜੈ, ਸਹਿਜ ਸਮਾਧ ਲਗਾਵਣਿਆ। ਅਨ ਦਿਨ ਗੁਣ ਗਾਵਾਂ ਪ੍ਰਭ ਤੇਰੇ, ਤੁਧ ਸਾਲਾਹੀ ਪ੍ਰੀਤਮ ਮੇਰੇ। ਤੁਧ ਬਿਨ ਅਵਰ ਨ ਕੋਈ ਜਾਚਾ, ਗੁਰ ਪ੍ਰਸਾਦੀ ਤੂੰ ਪਾਵਣਿਆ। ਅਗਮ ਅਗੋਚਰ ਮਿਤ ਨਹੀਂ ਪਾਈ, ਆਪਣੀ ਕਿਰਪਾ ਕਰਹਿ ਤੂੰ ਲਹਿ ਮਿਲਾਈ। ਪੂਰੇ ਗੁਰ ਕੈ ਸ਼ਬਦ ਧਿਆਈਐ, ਸ਼ਬਦ ਸੇਵ ਸੁਖ ਪਾਵਣਿਆ। ਰਸਨਾ ਗੁਣਵੰਤੀ ਗੁਣ ਗਾਵੈ, ਨਾਮ ਸਲਾਹੇ ਸੱਚੇ ਭਾਵੈ। ਗੁਰਮੁਖ ਸਦਾ ਰਹੈ ਰੰਗ ਰਾਤੀ, ਮਿਲ ਸੱਚੇ ਸੋਭਾ ਪਾਵਣਿਆ। ਮਨਮੁਖ ਕਰਮ ਕਰੇ ਅਹੰਕਾਰੀ, ਜੂਐ ਜਨਮ ਸਭ ਬਾਜੀ ਹਾਰੀ। ਅੰਤਰ ਲੋਭ ਮਹਾ ਗੁਬਾਰਾ, ਫਿਰ ਆਵਣ ਜਾਵਣਿਆ। ਆਪੇ ਕਰਤਾ ਦੇ ਵਡਿਆਈ, ਜਿਨ ਕੋ ਆਪ ਲਿਖਤ ਧੁਰ ਪਾਈ। ਨਾਨਕ ਨਾਮ ਮਿਲੈ ਪਹੁ ਭੰਜਨ, ਗੁਰ ਸ਼ਬਦੀ ਸੁਖ ਪਾਵਣਿਆ। ਨਾਨਕ ਨਾਮ ਮਿਲੈ ਪਹੁ ਭੰਜਨ, ਗੁਰ ਸ਼ਬਦੀ ਸੁਖ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰ ਅਪਾਰ ਅਜ਼ਮਤ ਬਖਸ਼ਿਸ਼। ਟਲਦੀ ਸ਼ਾਮ ਓਨਟਾਰੀਓ ਖਾਲਸਾ ਦਰਬਾਰ ਦੇ ਪਾਵਨ ਦੀਵਾਨ ਹਾਲ ਤੋਂ ਅਸੀਂ ਸੰਗਤ ਦਾ ਸਮਾਂ ਮਾਣ ਰਹੇ ਹਾਂ। Either we are here in the member of as a congregation, or we are enjoying it from our households or on our places with the help of TV and other media outlets. We are definitely blessed. This is the time to get Gurbani Vyakhya, as we always do, or continuously we are doing here. Gurbani's Ladivar Vyakhya. At present we are at the Rag of Majh, and Dhan Guru Arjan Sahab, ਉਹਨਾਂ ਦੇ ਉਚਰਿਤ ਕੀਤੇ ਹੋਏ ਬਚਨ, ਉਹਨਾਂ ਦੀ ਰਚਨਾ ਅਸੀਂ ਵਿਚਾਰ ਰਹੇ ਹਾਂ। ਜੋ ਸ਼ਬਦ ਆਪ ਸਰਵਨ ਕਰ ਰਹੇ ਸੀਗੇ, ਇਹ ਮੁਸਲਸਲ ਵਿਚਾਰਿਆ ਜਾ ਰਿਹਾ ਹੈ। ਇਹਦੇ ਕੋ ਗਾਲਬਨ ਅਸੀਂ 4 ਬੰਦ ਵਿਚਾਰੇ ਨੇ। ਅੱਜ ਅਸੀਂ ਇਹਦੇ 5 ਨੰਬਰ ਪਦੇ ਤੋਂ ਵਿਚਾਰ ਦਾ ਆਗਾਜ਼ ਅੱਗੇ ਕਰਾਂਗੇ। ਪਰ ਹਮੇਸ਼ਾ ਦੀ ਤਰ੍ਹਾਂ, as we always do, we always start with the main message of the Shabad, and which is
we read in Guru Granth Sahib Maharaj as a Rahao da Pada. जो बचन है हौं वारी ज्यों वारी निरंकारी नाम ते आवणिया। गुरु रामदास पातशाह अपने ते बात टुकाउंदे ते कहिंदे मैं वारने जाना, मैं कुर्बान जाना, मतलब हाईएस्ट रिस्पैक्ट पे कर रहे ने उस बशर, उस मनुख नूं निरंकारी नाम ते आवणिया। जिहड़ा निरंकार ਉਹ ਹਸਤੀ ਜਿਹੜੀ ਐਗਜ਼ਿਸਟ ਕਰਦੀ ਪਰ ਕਿਸੇ ਖਾਸ ਸਪੈਸੀਫਿਕ ਸ਼ੇਪ ਦੀ ਮੁਹਤਾਜ ਨਹੀਂ, ਉਹ ਨਿਰੰਕਾਰ ਹੈ। ਉਹ ਨਿਰੰਕਾਰ ਜਿਹੜਾ ਜੋਤ ਰੂਪ ਹੋ ਕੇ ਸਭ ਵਿੱਚ ਰਵਨ ਕਰਦਾ, ਉਹ ਨਿਰੰਕਾਰ ਜਿਹਦੇ ਵਿੱਚੋਂ ਅਸੀਂ ਆਏ ਹਾਂ, ਜਿਹਦੇ ਵਿੱਚ ਅਸੀਂ ਅਮਾ ਜਾਣਾ ਆ, ਅਤੇ ਉਸ ਦੀ ਹਸਤੀ ਨੂੰ ਅਹਿਸਾਸਣ ਵਾਸਤੇ ਜਿਹੜਾ ਗਿਆਨ ਹੈ ਉਹ ਨਾਮ ਹੈ। ਜੋ ਉਸ ਨਾਮ ਵਿੱਚ ਚਿੱਤ ਜੋੜਦੇ, ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਵਾਂ। ਨਾਲ ਹੀ ਸੀਗਾ ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ। ਗੁਰੂ ਮਹਾਰਾਜ ਕਿਤੇ ਵੀ ਇਹੋ ਜਿਹਾ ਕੋਈ ਰੂਮ, ਕੋਈ ਇਹੋ ਜਿਹੀ ਜਗ੍ਹਾ ਨਹੀਂ ਛੱਡਣੀ ਚਾਹੁੰਦੇ ਜਿਹਦੇ 'ਚ ਬੰਦੇ ਨੂੰ ਕੁਝ ਥੋੜ੍ਹਾ ਜਿਹਾ ਵੀ ਅਹਿਸਾਸ ਹੋਏ ਕਿ ਸ਼ਾਇਦ ਬਾਬਾ ਜੀ ਕਿਸੇ ਜੋ ਟਰਡੀਸ਼ਨਲ ਵੇ ਨਾਲ ਸਟੈਚੂ ਵਰਸ਼ਿਪਿੰਗ ਹੋ ਗਈ ਸ਼ੁਰੂ, ਮੂਰਤੀ ਪੂਜਾ, ਕਿਸੇ ਚੀਜ਼ ਦੀ ਕੋਈ ਜਗ੍ਹਾ ਹੀ ਬਚੇ ਮਾੜੀ ਜਿਹੀ। ਬਾਬਾ ਜੀ ਵਾਰ-ਵਾਰ ਇਹਦੇ ਉੱਤੇ ਐਮਫਸਾਈਜ਼ ਕਰਦੇ, ਜਿਸ ਕਰਤਾਰ ਦੀ ਅਸੀਂ ਗੱਲ ਕਰ ਰਹੇ ਹਾਂ, ਤਿਸ ਰੂਪ ਨਾ ਰੇਖਿਆ, ਉਹਦੀ ਕੋਈ ਰੂਪ ਰੇਖਾ ਨਹੀਂ ਗਈ, ਉਹਨੂੰ ਕੋਈ ਸਪੈਸੀਫਿਕ ਸ਼ੇਪ, ਸਪੈਸੀਫਿਕ ਸ਼ਕਲੋ ਸੂਰਤ ਵਿੱਚ ਜਿਹੜੀ ਖਾਸ ਕਰਕੇ ਕਹਿ ਲਓ ਕਿ ਕੋਈ ਹੋਂਦ ਵਿੱਚ ਅਸੀਂ ਨਹੀਂ ਮਾਣ ਸਕਦੇ। ਹਾਂ, ਉਹਦੀ ਹੋਂਦ ਓਮਨੀ ਪ੍ਰੈਜ਼ੈਂਟ ਆ, ਮੇਨ ਜ਼ਰਰੇ ਜ਼ਰਰੇ 'ਚ ਮੌਜੂਦ ਆ। ਸੋ ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ, ਹਰ ਹਿਰਦੇ 'ਚੋਂ ਹੀ ਵਿਦਮਾਨ ਹੈ। ਬਾਣੀ 'ਚ ਬਚਨ ਪੜ੍ਹ ਦਈਏ, ਏਕ ਕ੍ਰਿਸ਼ਨੰ ਤਾਂ ਸਰਬ ਦੇਵਾ, ਦੇਵ ਦੇਵਾ ਤਾਂ ਆਤਮ ਹੈ। ਇਹੋ ਜਿਹੇ ਲੋਕ ਰਹੇ ਜਿਨ੍ਹਾਂ ਨੇ ਖਾਸ ਕਿਸੇ ਅਵਤਾਰ ਨੂੰ, ਕਿਸੇ ਖਾਸ ਪੈਗੰਬਰ ਨੂੰ, ਕਿਸੇ ਖਾਸ ਵਕਤ ਦੇ ਅਵਤਾਰੀ ਪੁਰਖ ਨੂੰ ਬੜਾ ਪੂਜਿਆ, ਬੜਾ ਅਹਿਸਾਸਿਆ। ਪਰ ਬਾਬਾ ਜੀ ਕਹਿੰਦੇ ਉਹ ਕਾਹਦਾ ਅਹਿਸਾਸਣਾ ਆ ਜੇ ਉਸ ਅਹਿਸਾਸ ਦੇ ਅੰਦਰ ਸਭ ਵਿੱਚ ਵਸਦਾ ਹੋਇਆ ਦੇਵ ਨਾ ਦਿਸਿਆ, ਅਤੇ ਜੇ ਉਸ ਨੂੰ ਡਿਵਾਈਨ ਨੂੰ ਨਾ ਵੇਖ ਪਾਏ ਅਸੀਂ। ਸੋ ਇਹ ਨਵੰਬਰ ਦਾ ਪਹਿਲਾ ਹਫ਼ਤਾ ਜਾ ਰਿਹਾ ਹੈ ਅਤੇ ਇਸ ਪਹਿਲੇ ਹਫ਼ਤੇ ਦੇ ਵਿੱਚ ਦਿੱਲੀ ਅਤੇ ਹੋਰ ਪੂਰੇ ਭਾਰਤੀ ਖਿੱਤੇ ਦੇ ਵਿੱਚ ਸਾਡੇ ਵੱਡੇ ਸਿੱਖ ਸਮਾਜ ਦੇ ਪਰਿਵਾਰ ਦੇ ਜਿਵੇਂ ਮੈਂਬਰਸ ਕਤਲ ਕੀਤੇ ਗਏ, ਸਭ ਚੀਜ਼ਾਂ, ਉਸ ਚੀਜ਼ ਨੂੰ ਅਸੀਂ ਅੱਜ ਇੱਥੇ ਆਪਣੇ ਵੱਲੋਂ ਸ਼ਰਧਾ ਦੀ ਅਕੀਦਤ ਦੇ ਫੁੱਲ ਅਦਾ ਕਰਦੇ ਹਾਂ। ਉਹਨਾਂ ਰੂਹਾਂ ਨੂੰ ਯਾਦ ਕਰਦੇ ਹਾਂ ਇੱਥੇ। ਅਤੇ ਆਪ ਅਹਿਸਾਸ ਕਰੋ ਕਿ ਇਸ ਸਾਰੇ ਦੇ ਵਿੱਚ ਜੇ ਦੇਖਿਆ ਜਾਏ ਤੇ ਇਨਸਾਨ ਇਨਸਾਨ ਨੂੰ ਕਤਲ ਕਰ ਰਿਹਾ ਹੈ, ਇਨਸਾਨ ਇਨਸਾਨ ਨੂੰ ਮਾਰ ਰਿਹਾ ਹੈ, ਅਤੇ ਆਪਣੇ ਹੀ ਦੇਸ਼ ਦੇ ਬਸ਼ਿੰਦਿਆਂ ਨੂੰ ਮਾਰ ਰਿਹਾ ਹੈ, ਅਤੇ ਮੋਸਟਲੀ ਕਲੇਮ ਕਰਦਾ ਹੋਇਆ ਕਿ ਉਹ ਕਿਸੇ ਖਾਸ ਆਈਡੀਓਲੋਜੀ ਅਤੇ ਸੈਕਟ ਵਿੱਚੋਂ ਆ ਰਿਹਾ ਹੈਗਾ। ਇਹ ਸਾਰਾ ਕੁਝ ਰੱਬ ਦੇ ਵਜੂਦ ਨੂੰ ਮੰਨਣ ਵਾਲਿਆਂ ਦਾ ਜਾਂ ਰੱਬ ਦੇ ਵਜੂਦ ਨੂੰ ਨਾ ਮੰਨਣ ਵਾਲਿਆਂ ਦੀ ਪ੍ਰਵਿਰਤੀ ਹੈ। ਸਾਹਿਬ ਮਹਾਰਾਜ ਬਿਆਨ ਕਰਦੇ, ਜਿਹਨੂੰ ਰੱਬ ਦਿਸੇ ਘਟ ਘਟ ਦੇਖਿਆ, ਉਹਨੂੰ ਹਰ ਇੱਕ ਬਸ਼ਰ ਵਿੱਚ ਉਹ ਦਿਸੇ, ਮਨੁੱਖ ਵਿੱਚ ਦਿਸੇ। ਮਾਨਵਤਾ ਦਾ ਪਿਆਰ ਹੀ ਰੱਬ ਦਾ ਪਿਆਰ ਹੈ। ਸੋ ਇਹ ਬਚਨ ਬਾਣੀ ਦਾ ਆਈਡੀਅਲ ਵਾਕ ਤੁਸੀਂ ਮੁਸਲਸਲ ਇਨ ਏ ਕੰਟੀਨਮ ਵੀ ਕੈਨ ਐਕਚੁਅਲੀ read and we can see these messages in Guru Granth Sahib Maharaj. And here Baba ji is saying ਘਟ ਘਟ ਦੇਖਿਆ ਗੁਰਮੁਖ ਅਲਖ ਲਖਾਵਣਿਆ। ਪਰ ਫਿਰ ਵੀ ਜਿਹੜੀ ਆਮ ਐਨਿਮਿਟੀ ਕਹਿ ਲਓ, ਹੇਟ ਕਹਿ ਲਓ, ਸਾਡੇ ਸਾਰਿਆਂ 'ਚ ਵਸਦੀ ਰਹਿੰਦੀ, ਇਹ ਕਿਵੇਂ ਦੂਰ ਹੋਏ? ਬਾਬਾ ਜੀ ਕਹਿੰਦੇ ਜੇ ਗੁਰੂ ਵੱਲ ਮੂੰਹ ਹੋ ਜਾਏ, ਜੇ ਗੁਰੂ ਦਾ ਵਿਜ਼ਨ ਸਾਡੇ ਵਿੱਚ ਆ ਜਾਏ, ਅਸੀਂ ਗੁਰੂ ਵੱਲੋਂ ਉਹੋ ਜਿਹੀ ਸੋਚ, ਉਹੋ ਜਿਹੇ ਮੁਹਾਜ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਈਏ, ਫਿਰ ਅਲਖ ਜਿਹੜਾ ਆਮ ਕਰਕੇ ਨਹੀਂ ਦਿਸਦਾ, ਆਮ ਕਰਕੇ ਤੇ ਮੇਰ ਤੇਰ ਦਿਸਦੀ, ਉੱਚਾ ਨੀਵਾਂ ਦਿਸਦਾ, ਮਾੜਾ ਚੰਗਾ ਦਿਸਦਾ, ਫਿਰ ਰੱਬ ਦਿਸਣਾ ਸ਼ੁਰੂ ਹੋ ਜਾਂਦਾ, ਅਲਖ ਲਿਖ ਜਾਂਦਾ, ਨਿਰੰਕਾਰ ਦਿਸ ਜਾਂਦਾ। ਇਹ ਰਹਾਓ ਦਾ ਪਤਾ ਹੈ। ਜਿੱਥੇ ਅਸੀਂ ਅੱਗੇ ਬਚਨ ਅੱਜ ਵਿਚਾਰਨਾ ਹੈ, ਜਿੱਥੋਂ ਅਸੀਂ ਅੱਜ ਵਿਚਾਰ ਅੱਗੇ ਲੈ ਕੇ ਜਾਣੀ ਸੀਗੀ, ਮਹਾਰਾਜ ਉਹਦੇ 'ਚ ਬਿਆਨ ਕਰ ਰਹੇ ਕਿ ਅਨ ਦਿਨ ਗੁਣ ਗਾਵਾਂ ਪ੍ਰਭ ਤੇਰੇ, ਤੁਧ ਸਾਲਾਂ ਹੀ ਪ੍ਰੀਤਮ ਮੇਰੇ, ਤੁਧ ਬਿਨ ਅਵਰ ਨਾ ਕੋਈ ਜਾਚਾਂ, ਗੁਰ ਪ੍ਰਸਾਦੀ ਤੂੰ ਪਾਵਣਿਆ, ਅਗਮ ਅਗੋਚਰ ਮਿਤ ਨਹੀਂ ਪਾਈ। ਅਗਮ ਅਗੋਚਰ, ਜਿਵੇਂ ਆਪਾਂ ਅਲਖ ਲਖਾਵਣਿਆਂ ਕੀਤੀ ਗੱਲ, ਫਿਰ ਬਾਤ ਕਰਾਂਗਾ। ਆਈ ਨੋ big amount of people who were actually second generation in Canada and who were coming from especially English language speaking areas.
they sometimes actually get really hard time to grab the Bani's messages. And even though they are able to grab little bit Punjabi, little bit, you can say Punjabi songs and some messages, and they have little talk in Punjabi too. But when they always say, Baba Ji, whenever we read Gurbani or listen Gurbani, we're not able to grab message right away from Gurbani. ਉਹਦਾ ਰੀਜ਼ਨ ਵੱਡਾ ਇਹੋ ਹੀ ਹੈਗਾ ਕਿਉਂਕਿ ਜਿਹੜਾ ਗੁਰਬਾਣੀ ਦੀ ਗਲੋਸਰੀ ਹੈ, ਜਿਹੜਾ ਵੋਕੈਬਲਰੀ ਹੈ, ਅਸੀਂ ਇਹਦੇ ਨਾਲ ਬਹੁਤੇ ਫੈਮਿਲੀਅਰ ਨਹੀਂ ਹੈਗੇ। ਜ਼ਿਆਦਾ ਪਾਠ ਕਰਨਾ, ਵਾਰ-ਵਾਰ ਪਾਠ ਕਰਨਾ, ਰੈਪੀਟੀਸ਼ਨ ਵਿੱਚ ਪਾਠ ਕਰਨਾ, ਇਹਦਾ ਮਾਇਨਾ ਇਹ ਹੈ ਕਿ ਸਾਨੂੰ ਉਹਦੇ ਨਾਲ ਅਸੀਂ ਉਹਦੇ ਨਾਲ ਫੈਮਿਲੀਅਰ ਹੋ ਜਾਵਾਂਗੇ, ਸਾਡੇ ਅੰਦਰ ਉਹ ਚੀਜ਼ ਹੌਲੀ ਹੌਲੀ ਘਰ ਕਰ ਜਾਏਗੀ। ਇੱਕ ਆਮ ਰੂਪ ਵਿੱਚ ਵੀ ਦੇਖਿਆ ਜਾਏ, ਆਪਾਂ ਸਿੱਖੀ ਦੇ ਆਸ਼ੇ ਦੇ ਵਿੱਚ ਸਿੱਖ ਵਿਸ਼ਵਾਸਾਂ ਦੇ ਵਿੱਚੋਂ ਆ ਰਹੇ ਹਾਂ, ਪਰਿਵਾਰਾਂ ਦੇ ਵਿੱਚੋਂ ਸਿੱਖੀ ਨੂੰ ਪਿਆਰ ਕਰਦੇ ਹਾਂ, ਮਗਰ ਫਿਰ ਵੀ ਕਈ ਵਾਰ ਜਿਹੜੀ ਗੁਰਬਾਣੀ ਦੇ ਨਾਲ ਡੀਪ ਲੈਵਲ ਦੀ ਸਾਂਝ ਆ ਉਹ ਨਹੀਂ ਹੁੰਦੀ। ਜਿਵੇਂ ਆਹੀ ਬਚਨ ਆ ਰਿਹਾ, ਅਗਮ ਅਗੋਚਰ ਮਿਤ ਨਹੀਂ ਪਾਈ। ਜਦੋਂ ਅਗਮ ਲਫ਼ਜ਼ ਆਏ, I should have the idea what Baba Ji is saying here. And I have seen most of the time we're not able to grab the message right away. What does agam mean? ਇੱਥੇ ਅਗਮ ਦਾ ਮਤਲਬ ਹੈ ਜਿਹਦੇ ਤੱਕ ਆਸਾਨੀ ਨਾਲ ਗਮਤਾ ਨਹੀਂ। ਮਤਲਬ ਕੁਝ ਚੀਜ਼ਾਂ ਬੌਧਿਕ ਪੱਧਰ ਤੋਂ ਬਹੁਤ ਪਰੇ ਦੀਆਂ ਹੁੰਦੀਆਂ ਨੇ, ਤੇ ਮੋਸਟਲੀ ਹੁੰਦੀਆਂ ਵੀ ਇਸੇ ਤਰੀਕੇ ਨਾਲ। ਸਾਡੀ ਕੈਲਕੂਲੇਸ਼ਨ ਹੀ ਹੁੰਦੀ ਸਾਰੀ ਸੰਸਾਰੀ ਲੋਕਾਂ ਦੀ ਬੌਧਿਕ ਲੈਵਲ 'ਤੇ, ਇੰਟਲੈਕਚੁਅਲ ਸਾਈਡ 'ਤੇ, ਪਰ ਕਰਤਾਰੀ ਕੁਦਰਤ ਦੀ ਖੇਡ ਜਿਹੜੀ ਹੈ ਇਟਸ ਇੰਟਲੈਕਚੁਅਲ ਐਬਿਲਿਟੀ ਤੋਂ ਬਹੁਤ ਵੱਡੀ ਹੈ। ਜਿਹੜਾ ਇਹ ਸਾਰਿਆਂ ਨੂੰ ਬਣਾਉਣ ਵਾਲਾ ਉਹ ਤਾਂ ਵਾਕਿਆ 'ਚ ਹੀ ਬੜਾ ਵੱਡਾ ਆ। ਮਹਾਰਾਜ ਕਹਿੰਦੇ ਅਗਮ ਆ, ਫਿਰ ਕਿਆ ਅਗੋਚਰ ਆ, ਜਿਹਦੇ ਤੱਕ ਇੰਦਰੀਆਂ ਦੀ ਡਾਇਰੈਕਟਲੀ ਪਹੁੰਚ ਨਹੀਂ ਹੈਗੀ, ਜਿਹਨੂੰ ਅਸੀਂ ਜਲਦੀ ਕਰਕੇ ਆਪਣੇ ਇੰਦਰੀਆਂ ਦੇ ਜਿਹੜਾ ਹੈਗਾ ਗੋਚਰੇ ਨਹੀਂ ਸਮਝ ਸਕਦੇ। ਜਿਹਨੂੰ ਸਾਹਿਬ ਨੇ ਕਿਹਾ ਕਿ ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਜਿਹਨੂੰ ਅੱਖਾਂ ਤੋਂ ਬਿਨਾਂ ਵੇਖਣਾ ਆ, ਜਿਹਨੂੰ ਬਿਨਾਂ ਕੰਨਾਂ ਤੋਂ ਸੁਣਨਾ ਆ। ਇੱਥੇ ਬਚਨ ਆਇਆ ਅਗਮ ਅਗੋਚਰ ਮਿਤ ਨਹੀਂ ਪਾਈ। ਹੁਣ ਮਿਤ ਦੋ ਲਫ਼ਜ਼ ਹੁੰਦੇ, ਗਤ ਮਿਤ। ਗਤ ਹੁੰਦਾ ਹੈ ਕਿਸੇ ਚੀਜ਼ ਬਾਬਤ ਪੂਰੀ ਤਰ੍ਹਾਂ ਉਹਨੂੰ ਅਵੈਲੂਏਟ ਕਰ ਲੈਣਾ, ਮਿਤ ਹੁੰਦਾ ਕਿਸੇ ਨੂੰ ਡੀਪਲੀ ਲੈਵਲ 'ਤੇ ਅੰਡਰਸਟੈਂਡ ਕਰ ਲੈਣਾ। ਕਿਹਾ ਗਿਆ ਅਸੀਂ ਉਸ ਨੂੰ ਨਾ ਤਾਂ ਕਿਸੇ ਲੈਵਲ 'ਤੇ ਮੇਜਰ ਕਰ ਸਕਦੇ, ਨਾ ਉਹਨੂੰ ਡੀਪਲੀ ਲੈਵਲ 'ਤੇ ਪਕੜ ਸਕਦੇ। ਸੋ ਇਸ ਨੂੰ ਇਸ ਤਰ੍ਹਾਂ ਵੀ ਜਾਣੋ ਕਿ ਜੇ ਮੈਂ ਬਾਤ ਪਹਿਲਾਂ ਹੀ ਪ੍ਰਾਰੰਭ ਕੀਤੀ ਕਿ ਅਸੀਂ ਜਦੋਂ ਵੋਕੈਬਲਰੀ ਨਾਲ ਫੈਮਿਲੀਅਰ ਨਹੀਂ ਹੈਗੇ, ਸਾਨੂੰ ਪਤਾ ਨਹੀਂ ਲੱਗਦਾ ਮੈਸੇਜ ਕੀ ਹੈ ਇਹਦੇ ਵਿੱਚ। ਮੈਸੇਜ ਇਹੀ ਹੈ, ਮਹਾਰਾਜ ਬਿਆਨ ਕਰਦੇ, ਕੁਝ ਚੀਜ਼ਾਂ ਵਿਸ਼ਵਾਸ ਦੇ ਨਾਲ ਚੱਲਦੀਆਂ ਨੇ, ਅਤੇ ਵਿਸ਼ਵਾਸ ਕਿਸੇ ਅਕੀਦਤ ਦੇ ਉੱਤੇ, ਅਤੇ ਅਕੀਦਤ ਕਿਸੇ ਵੱਡੀ ਹਸਤੀ ਦੇ ਨਾਲ ਜਾ ਕੇ ਜੋੜਦੀ ਹੈ। ਇੱਥੇ ਫਿਰ ਜਿਵੇਂ ਗੁਰੂ ਨਾਨਕ ਸਾਹਿਬ ਨੇ ਕੋਈ ਬਾਤ ਦੱਸੀ, ਗੁਰੂ ਰਾਮਦਾਸ ਸਾਹਿਬ ਕੁਝ ਬਾਤ ਦੱਸ ਰਹੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੋਈ ਬਾਤ ਦੱਸੀ, ਭਗਤ ਕਬੀਰ ਜੀ ਨੇ ਕੋਈ ਬਾਤ ਦੱਸੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ ਕੁਝ ਬਾਤ ਦੱਸੀ। ਬੰਦੇ ਨੂੰ ਅਹਿਸਾਸ ਹੋਏ ਇਹ ਹਸਤੀ ਹੈ ਜਿਹੜੀ ਗੱਲ ਕਹਿ ਰਹੀ ਹੈ, ਬਸ ਬਹੁਤ ਹੈ ਇੰਨਾ ਮੇਰੇ ਵਾਸਤੇ, ਮੇਰੇ ਗੁਰੂ ਨੇ ਕਿਹਾ, ਭਗਤ ਜੀ ਨੇ ਕਿਹਾ ਮੇਰੇ ਵਾਸਤੇ। ਸਾਹਿਬ ਮਹਾਰਾਜ ਨੇ ਫਿਰ ਇਸ ਮੈਸੇਜ ਨੂੰ ਪ੍ਰੀਜ਼ਰਵ ਵੀ ਐਵੇਂ ਕੀਤਾ। ਅਦਰਵਾਈਜ਼ ਜਿਹਨੂੰ ਸਾਹਿਬ ਨੇ ਕਿਹਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਜਿਹੜਾ ਬੰਦਾ ਬਹੁਤ ਕਹਿੰਦਾ ਨਾ, ਕਲੇਮ ਕਰਦਾ ਵੀ ਮੈਂ ਬੜਾ ਅਵੇਅਰ ਹਾਂ, ਕਈ ਵਾਰੀ ਉਹ ਇੰਨਾ ਅਵੇਅਰ ਹੋ ਜਾਂਦਾ ਉਸ ਥਾਟ ਨੂੰ ਵੀ ਨਹੀਂ ਪਕੜ ਪਾਉਂਦਾ ਜਿਹੜਾ ਉਹਦੇ ਲਈ ਬੜਾ ਜ਼ਰੂਰੀ ਹੈ। ਜਿਹੜੇ ਲੋਕ ਬਹੁਤ ਜ਼ਿਆਦਾ ਆਪਣੇ ਆਪ ਨੂੰ ਕਲੇਮ ਕਰਦੇ ਨੇ ਬੜੇ ਸਿਆਣੇ ਆ, ਅੱਜ ਤੇ ਸਿਆਣਿਆਂ ਦੀ ਮਜ਼ਮੇਦਾਰੀ ਹੈ ਧਰਤੀ ਦੇ ਉੱਤੇ। ਜੇ ਇੰਨੀ ਸਿਆਣਪ ਹੋਏ ਤੇ ਸਾਡੇ ਪਰਿਵਾਰ ਕਿਉਂ ਬਿਖਰਨ? ਜੇ ਇੰਨੀ ਸਿਆਣਪ ਹੋਏ ਤੇ ਸਾਡਾ ਸਮਾਜ ਕਿਉਂ ਇਸ ਲੈਵਲ 'ਤੇ ਆ ਜਾਏ? ਜੇ ਇੰਨੀ ਸਿਆਣਪ ਹੋਏ ਤੇ ਅਸੀਂ ਧਰਤੀ ਦੇ ਉੱਤੇ ਆਪਣੀ ਹੋਂਦ ਨੂੰ ਹੀ ਖਤਰਾ ਕਿਉਂ ਪੈਦਾ ਕਰ ਲਈਏ? ਇਹਦਾ ਮਤਲਬ ਕੁਝ ਨਾ ਕੁਝ ਕਾਣ ਤੇ ਹੈ, ਪਰ ਬੰਦਾ ਮੰਨੇ ਕਿਵੇਂ? ਮੰਨੇ ਤੇ ਫਿਰ ਈਗੋ ਕਿੱਧਰ ਜਾਏਗੀ? ਹੰਕਾਰ ਕਹੇਗਾ ਵੀ ਹੱਦ ਹੋ ਗਈ, ਮੈਂ ਕਿਵੇਂ ਮੰਨਾਂ ਵੀ ਮੈਂ ਕਮਲਾ ਵਾਂ। ਤੇ ਇਹ ਇੰਡੀਵਿਜੂਅਲ ਲੈਵਲ 'ਤੇ ਵੀ ਹੁੰਦਾ ਹੈ, ਤੇ ਇੱਕ ਕਲੈਕਟਿਵ ਅਪਰੋਚ ਵੀ ਹੁੰਦੀ ਹੈ। ਮਨੁੱਖੀ ਸਮਾਜ ਦੇ ਵਿੱਚ ਇੱਕ ਕਲੈਕਟਿਵ ਅਪਰੋਚ ਵੀ ਅਡੋਪਟ ਕੀਤੀ ਜਾਂਦੀ ਕਿ ਨਹੀਂ 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 ਅਸੀਂ ਬਹੁਤ ਸਿਆਣੇ ਹਾਂ। ਜਿਹੜਾ ਸੋ ਕਾਲਡ ਨੇਸ਼ਨਹੁੱਡ ਦੀ ਗੱਲ ਕੀਤੀ ਜਾਂਦੀ ਹੈ ਨਾ, ਐਕਚੁਅਲੀ ਇਹ ਇੱਕ ਫੇਕ ਪ੍ਰਾਈਡ ਤਿੱਥੋਂ ਹੀ ਖੜੀ ਹੁੰਦੀ ਹੈ ਵੀ ਅਸੀਂ ਇੱਕ ਬੜੀ ਵੱਡੀ ਬੜੀ ਜ਼ਬਰਦਸਤ ਨੇਸ਼ਨ ਹੈਗੇ ਹਾਂ ਅਸੀਂ। ਵੀ ਨੇਸ਼ਨ ਹੋਣ ਦਾ ਮਾਇਨਾ ਕੀ ਹੈ? ਕਿਸੇ ਸਿਆਣਪ ਦੇ ਮੁਹਤਾਜ, ਕਿਸੇ ਉਸ ਲੈਵਲ 'ਤੇ ਆਓ ਨਾ ਤੁਸੀਂ। ਪਰ ਇਹ ਹੈ ਕਿ ਇੱਕ ਐਸੀ ਹਾਲਤ 'ਤੇ ਚਲੇ ਜਾਣਾ ਜਿਹਦੇ ਅੰਦਰ ਸਿਆਣੀ ਤੋਂ ਸਿਆਣੀ ਗੱਲ ਵੀ ਮੈਂ ਨਹੀਂ ਮੰਨਣੀ। ਕਿਉਂਕਿ ਮੈਂ ਇਸ ਨੇਸ਼ਨ ਤੋਂ ਹੈਗਾ, ਮੈਂ ਇਸ ਸੈਕਟ ਤੋਂ ਹੈਗਾ, ਜਾਂ ਮੈਂ ਇਸ ਕਿਸਮ ਦਾ ਬੰਦਾ ਹੈਗਾ ਆ। ਬਾਬਾ ਜੀ ਕਹਿੰਦੇ ਫਿਰ ਉਹਨੂੰ ਗੁਰੂ ਨਹੀਂ ਦਿਸਦਾ, ਫਿਰ ਉਹਨੂੰ ਸੱਚ ਨਹੀਂ ਦਿਸਦਾ। ਗੁਰੂ ਨਾਂ ਹੈ ਸੱਚ ਦਾ, ਫਿਰ ਉਹਨੂੰ ਰੱਬ ਨਹੀਂ ਦਿਸਦਾ। ਇੱਥੇ ਤੇ
ਸਾਡੇ ਘਰ ਦਾ ਜੇ ਹੁਣ ਬਾਤ ਕਰ ਰਿਹਾ ਸੀਗਾ, ਗੁਣਾ ਕਾ ਹੋਵੇ ਵਾਸੁਲਾ ਕਢਵਾਸ ਲਈ ਜੈ, ਜੇ ਗੁਣ ਹੋਵਣ ਸਾਜ ਨਾ ਮਿਲ ਸਾਂਝ ਕਰੀਜੈ। ਗੁਣ ਕਿਤੋਂ ਵੀ ਮਿਲ ਉਧਾਰੇ ਵੀ ਲਵੋ, ਧਾਰਨ ਕਰੋ ਉਹਨਾਂ ਨੂੰ, ਜਿੱਥੋਂ ਕਿਤੇ ਚੰਗਿਆਈ ਅੱਛਾਈ ਮਿਲੇ ਉਹਨੂੰ ਪ੍ਰਾਪਤ ਕਰੋ। ਬੰਦੇ ਦੀ ਦੁਨੀਆ ਦੇ ਵਿੱਚ ਇੱਕ ਤੇ ਧਰਮ ਦੇ ਨਾਂ ਦੇ ਉੱਤੇ ਭਰਮ ਦੀ ਦੁਨੀਆ 'ਚ ਚਲੇ ਜਾਣਾ, ਜਿਵੇਂ ਸਟੈਚੂ ਵਰਸ਼ਿਪਿਜ਼ਮ ਕਹਿ ਲਓ ਜਾਂ ਹੋਰ ਇਸ ਕਿਸਮ ਦੀ ਸੁਪਰਸਟੀਸ਼ੀਅਸ ਬਲੀਵਿੰਗ ਐਕਸਰਸਾਈਜ਼ ਕਹਿ ਲਓ, ਇਹ ਬੜੀ ਖਤਰਨਾਕ ਆ। ਇਹ ਬੰਦੇ ਨੂੰ ਇੱਕ ਤਰ੍ਹਾਂ ਦੇ ਨਾਲ ਸਲੇਵ ਬਣਾ ਦਿੰਦੀ ਹੈ। ਦੂਸਰਾ ਇਹ ਹੈ ਕਿ ਬੰਦਾ ਇਸ ਤੋਂ ਬਿਲਕੁਲ ਬਾਗੀ ਹੋ ਕੇ ਸੋਚੇ ਕਿ ਬਸ ਇੱਕੋ ਹੀ ਚੀਜ਼ ਆ, ਖਾਣਾ ਪੀਣਾ ਰਹਿਣਾ ਸੌਣਾ ਤੇ ਧਰਤੀ, ਇਹ ਜਗ ਮਿੱਠਾ ਅਗਲਾ ਕੇ ਨੇ ਡਿੱਠਾ। ਦੋਨੋਂ ਹੀ ਖਤਰਨਾਕ ਨੇ। ਜਿਹਨੂੰ ਅਸੀਂ ਏਥੀਜ਼ਮ ਕਹਿੰਦੇ ਆ, ਉਹ ਵੀ ਮਾਰਦਾ ਬੰਦੇ ਨੂੰ। ਅੱਜ ਜਿਸ ਹਾਲਾਤ ਵਿੱਚ ਦੁਨੀਆ ਜਾ ਰਹੀ, ਜਿਸ ਤਰੀਕੇ ਦੇ ਨਾਲ ਆਪ ਦੇਖੋਗੇ ਕਿ ਬੰਦੇ ਦੀ ਆਈਡੈਂਟਿਟੀ ਵੀ ਆਪਣੀ ਜਿਹੜੀ ਹੈ ਉਹ ਵੀ ਜੈਪਰਟਾਈਜ਼ ਹੋ ਚੱਲੀ ਹੈ। ਬਾਏ ਬਰਥ ਕੁਝ ਹੋ ਰਿਹਾ, ਅੱਗੇ ਜਾ ਕੇ ਕੁਝ ਹੋਰ ਤਰ੍ਹਾਂ ਦੇ ਹਾਰਮੋਨਸ ਆ ਰਹੇ ਨੇ, ਐਕਸਰਸਾਈਜ਼ ਕੁਝ ਹੋਰ ਹੋ ਰਹੀ ਹੈ, ਅਜੀਬ ਹਾਲਤ ਬਣਦੀ ਤੁਰੀ ਲੱਗੀ ਜਾਂਦੀ ਹੈ। ਇਹ ਸੋਸਾਇਟੀ ਉੱਥੋਂ ਨਿਕਲ ਰਹੀ। ਸੋ ਸਾਹਿਬ ਮਹਾਰਾਜ ਕਹਿੰਦੇ ਨੋ ਡਾਊਟ ਉਹਨੂੰ ਪ੍ਰੂਵ ਤੇ ਨਹੀਂ ਕੀਤਾ ਜਾ ਸਕਦਾ ਉਹ ਕਰਤਾਰ ਕਿਵੇਂ ਦਾ ਆ, ਉਹਦੀ ਸ਼ਕਲ ਸੂਰਤ ਵੀ ਨਹੀਂ ਹੈ। ਪਰ ਮੇਰੇ ਗੁਰੂ ਨਾਨਕ ਨੇ ਕਿਹਾ ਆ, ਮੇਰੇ ਕਬੀਰ ਜੀ ਨੇ ਕਿਹਾ ਆ, ਮੈਨੂੰ ਮੇਰੇ ਨਾਮਦੇਵ ਜੀ ਨੇ ਕਿਹਾ, ਮੇਰੇ ਰਾਮਾਨੰਦ ਜੀ ਨੇ ਕਿਹਾ ਆ ਕਿ ਆਹ ਕੁਝ ਅਸੂਲ ਪਾਲੀ, ਵਿਸ਼ਵਾਸ ਉਹਦੇ ਤੇ ਰੱਖੀ। ਡੂਅਰ ਅਲਟੀਮੇਟਲੀ ਉਹੀ ਹੈ। ਯੂ ਆਰ ਦਾ ਓਨਲੀ ਐਕਚੁਅਲੀ ਜਸਟ ਫੋਲੋਅਰ ਆਫ ਸਮ ਸੋਰਟ ਆਫ ਯੂਨੀਵਰਸਲ ਲਾ, ਸੋ ਫੋਲੋ ਇਟ ਐਂਡ ਡੈਫੀਨੇਟਲੀ ਤੇਰੀ ਜੀਵਨ ਦੀ ਜਿਹੜੀ ਮੀਨਿੰਗਸ ਨੇ, ਜਿਹੜੀ ਤੇਰੇ ਜੀਵਨ ਦੇ ਮਕਸਦ ਦੇ ਰੂਪ ਦੇ ਵਿੱਚ ਮਰਕਜ਼ੀ ਮਾਇਨੇ ਨੇ, ਉਹ ਪੂਰੇ ਹੋ ਜਾਣਗੇ। ਮਹਾਰਾਜ ਇਹਦੀ ਬਾਤ ਇਹਦੇ 'ਚ ਕਰਦੇ ਕਿ ਭਾਈ ਅਗਮ ਅਗੋਚਰ ਮਿਤ ਨਹੀਂ ਪਾਈ, ਆਪਣੀ ਕਿਰਪਾ ਕਰਹਿ ਤੂੰ ਲਹਿ ਮਿਲਾਈ। ਫਿਰ ਦਾਤਾ ਇਹ ਇਸ ਤਰ੍ਹਾਂ ਹੈ ਕਿ ਮੇਰੀ ਤੇ ਈਗੋਟਿਸਟ ਅਪਰੋਚ ਆ, ਮੈਂ ਤੇ ਸ਼ਾਇਦ ਤੈਨੂੰ ਇਸ ਲੈਵਲ ਤੇ ਅਡਾਪਟ ਨਾ ਕਰ ਸਕਾਂ, ਪਰ ਤੂੰ ਤੇ ਤਰਸ ਕਰਨ ਵਾਲਾ ਹੈ ਨਾ, ਤੂੰ ਤਰਸ ਕਰ ਦੇ। ਤੇ ਤਰਸ ਕਰਕੇ ਕੀ ਕਰ, ਤੂੰ ਲਹਿ ਮਿਲਾਈ, ਮੈਨੂੰ ਆਪਣੇ ਨਾਲ ਮਿਲਾ ਲੈ, ਮੈਨੂੰ ਹੇ ਅਕਾਲ ਪੁਰਖ ਵਾਹਿਗੁਰੂ ਇਸ ਸਕੂਲ ਆਫ ਥਾਟ ਦੇ ਨਾਲ ਇਹਦਾ ਕਰਨਧਾਰ ਬਣਾ ਦੇ। ਫਿਰ ਕਿਹਾ ਪੂਰੇ ਗੁਰ ਕੈ ਸ਼ਬਦ ਧਿਆਈਐ, ਸ਼ਬਦ ਸੇਵ ਸੁਖ ਪਾਵਣਿਆ, ਪੂਰੇ ਗੁਰ ਕੈ ਸ਼ਬਦ ਧਿਆਈਐ। ਫਿਰ ਗੁਰੂ ਇੰਸਟੀਟਿਊਸ਼ਨ ਦੀ ਗੱਲ ਹੋ ਰਹੀ ਹੈ ਇਹਦੇ ਵਿੱਚ, ਉਹਦੇ ਜ਼ਰੀਏ ਸ਼ਬਦ ਵਿੱਚ ਧਿਆਨ ਲੈ ਜਾਈਏ। ਸ਼ਬਦ ਇੱਕ ਹਾਇਰ ਲੈਵਲ ਦਾ ਮੈਸੇਜ ਹੈ ਸਾਡੇ ਵਾਸਤੇ, ਜਿਸ ਨੂੰ ਅਸੀਂ ਆਪਣੇ ਸੁਰਤ ਲਈ ਸੁਪੀਰੀਅਰ ਸਮਝ ਕੇ ਐਜ਼ ਇਟ ਇਜ਼ ਅਡਾਪਟ ਕਰ ਲਈਏ। ਕਿਆ ਪੂਰੇ ਗੁਰ ਕੈ ਸ਼ਬਦ ਧਿਆਈਐ, ਸ਼ਬਦ ਸੇਵ ਸੁਖ ਪਾਵਣਿਆ, ਤੇ ਸ਼ਬਦ ਦੀ ਸੇਵਾ 'ਚ ਲੱਗ ਜਾਈਏ। ਹੁਣ ਸ਼ਬਦ ਦੀ ਸੇਵਾ ਕੀ ਹੋਏਗੀ? ਸਪੋਜ਼ ਕਰੋ ਕੋਈ ਕਿਸੇ ਨੂੰ ਕੋਈ ਸੰਦੇਸ਼ ਦਿੰਦਾ, ਕੋਈ ਸਿੱਖਿਆ ਦਿੰਦਾ, some sort of teaching someone is actually saying to someone, then ਉਹਨੂੰ ਸਰਵ ਕਰਨ ਦਾ ਮਤਲਬ ਕੀ ਹੋਏਗਾ? ਫਿਰ ਉਸ ਗੱਲ ਨੂੰ ਮੰਨ ਲੈਣਾ, ਗ੍ਰੈਬ ਕਰ ਲੈਣਾ, ਉਹਨੂੰ ਜੀਵਨ ਵਿੱਚ ਅਪਣਾ ਲੈਣਾ, ਅਡਾਪਟ ਕਰ ਲੈਣਾ। ਗੁਰੂ ਬਾਬਾ ਜੀ ਕਹਿੰਦੇ ਇਸ ਸ਼ਬਦ ਨੂੰ ਤੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈ। ਸ਼ਬਦ ਸੇਵ ਸੁਖ ਪਾਵਣਿਆ। ਅਗਲਾ ਬਚਨ ਹੈ ਰਸਨਾ ਗੁਣਵੰਤੀ ਗੁਣ ਗਾਵੈ। ਰਸਨਾ ਗੁਣਵੰਤੀ ਗੁਣ ਗਾਵੈ। ਰਸਨਾ ਜੀਭਾ ਨੂੰ ਕਿਹਾ ਗਿਆ। ਇਹਦੇ ਦੋ ਰੂਪ ਮੰਨਦੇ ਹਾਂ ਅਸੀਂ ਬਾਣੀ ਦੇ ਵਿੱਚ, ਦੋਨਾਂ ਦਾ ਜ਼ਿਕਰ ਆ। ਇੱਕ ਤੇ ਇਹ ਹੈ ਕਿ ਇਹ ਰਸਨਾ ਤੂੰ ਅੰਦਰ ਅਸਰਾਚ ਰਹੀ, ਤੇਰੀ ਪਿਆਸ ਨਾ ਜਾਏ। ਇਹ ਇਹਦੇ 'ਚ ਟੇਸਟ ਬਡਸ ਨੇ ਜਿਹੜੇ ਸਭ ਕਾਸੇ ਨੂੰ ਟੇਸਟ ਕਰ ਸਕਦੇ ਨੇ। ਅਸੀਂ ਇਹਦਾ ਇੱਕ ਪ੍ਰਯੋਗ ਇਹ ਕਰਦੇ ਹਾਂ। ਦੂਸਰਾ ਇਹ ਬੋਲਣ ਦੇ ਕੰਮ ਆਉਂਦੀ ਹੈ, ਜਿਵੇਂ ਮੈਂ ਬੋਲ ਰਿਹਾ ਹੁਣ, ਅਸੀਂ ਬੋਲਦੇ ਹਾਂ, ਜ਼ਬਾਨ ਨੂੰ ਇਸ ਰੂਪ ਵਿੱਚ ਯੂਜ਼ ਕਰਦੇ ਆ। ਇਹਦੇ 'ਚ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਬੜਾ ਇੱਕ ਕਹਿ ਲਓ ਕਿ ਸੁਪਰਫਿਸ਼ੀਅਲ ਲੈਵਲ 'ਤੇ ਅੰਡਰਸਟੈਂਡ ਕਰਦੇ ਹਾਂ। ਡੀਪ ਲੈਵਲ 'ਤੇ ਦੇਖਾਂਗੇ, ਜੇ ਬੰਦੇ ਨੂੰ ਜੀਭ ਦੇ ਕੈਮੀਕਲ ਸਮਝ ਆ ਜਾਣ ਮਨ ਮੰਡਲ ਦੀ ਦੁਨੀਆ ਦੇ ਵਿੱਚ, ਤੇ ਇਹਦੀ ਆਰ ਖੁਰਾਕ ਬਦਲ ਸਕਦੀ ਹੈ। ਅੱਜ ਦੀ ਦੁਨੀਆ ਕਹਿੰਦੀ ਹੈ, ਅਸੀਂ ਹਾਲਾਂਕਿ ਸਾਡਾ ਟ੍ਰੈਡੀਸ਼ਨਲ ਵੇ ਵੀ ਰਿਹਾ ਹੈ, ਜੈਸਾ ਅੰਨ ਤੈਸਾ ਮਨ। ਜੋ ਖਾਓਗੇ ਉਹੋ ਜਿਹੇ ਬਣ ਜਾਓਗੇ, ਉਹੋ ਜਿਹੇ ਹੋ ਜਾਓਗੇ। ਜੇ ਅੱਜ ਕਿਸੇ ਲੈਵਲ 'ਤੇ ਵੀ ਬਾਤ ਕੀਤੀ ਜਾਏ, ਈਵਨ ਬੀਤੇ ਕੱਲ ਹੈਲੋਵੀਨ ਸੀਗੀ ਤੇ ਕੈਂਡੀਜ਼ ਦਾ ਆਦਾਨ ਪ੍ਰਦਾਨ ਹੋ ਰਿਹਾ ਸੀਗਾ। ਸਟੱਡੀਜ਼ ਇਹ ਦੱਸਦੀਆਂ ਨੇ ਕਿ ਸ਼ਾਇਦ ਇੱਕ ਹਫ਼ਤੇ ਦੇ ਵਿੱਚ ਕਈ ਕੇਜੀ ਸ਼ੂਗਰ ਬੱਚੇ ਖਾ ਜਾਂਦੇ ਨੇ। ਕਈ ਕੇਜੀ ਮਤਲਬ ਮਲਟੀਪਲ ਕੇਜੀ ਕਹਿ ਲਓ, ਉਸ ਲੈਵਲ 'ਤੇ ਬੱਚੇ ਜਿਹੜਾ ਇਨਟੇਕ ਕਰ ਲੈਂਦੇ ਨੇ। ਹੁਣ ਸਟੱਡੀਜ਼ ਇਹ ਦੱਸ ਰਹੀਆਂ ਨੇ ਕਿ ਜਿਹੜੀ ਸ਼ੂਗਰ ਆ, ਨੋ ਡਾਊਟ ਇਹ ਇਨਸਟੈਂਟ
ਸਵੀਟ ਆ, ਇੱਕਦਮ ਮਿੱਠੀ ਲੱਗਦੀ ਹੈ। ਇਹਦੇ ਜੇ ਆਫਟਰ ਟੇਸਟ ਦੇਖੋਗੇ ਉਹ ਕੌੜਾ ਆ। ਜੇ ਉਹਦਾ ਡੀਪ ਲੈਵਲ ਦੇ ਰਿਜ਼ਲਟ ਦੇਖੋਗੇ ਤੇ ਸੁਦੇ ਕੈਮੀਕਲਸ ਨੇ ਜਿਹੜੇ ਇੱਕਦਮ ਜਿਹੜੀ એનર્ਜੀ ਹਾਈ ਕਰ ਦਿੰਦੇ ਤੇ ਹਾਈਪਰਨੈਸ ਜਨਰੇਟ ਹੋ ਜਾਂਦੀ, ਇੱਕਦਮ ਡਾਊਨ ਕਰ ਦਿੰਦੇ, ਤੇ ਜਿਹਦੇ ਵਿੱਚੋਂ ਬੱਚਾ ਇੱਕਦਮ ਲੋਅਰ ਲੈਵਲ ਤੇ ਆ ਕੇ ਨੈਗਿੰਗ ਕਰਨ ਲੱਗ ਜਾਂਦਾ। ਸੋ ਪੂਰੇ ਦਾ ਪੂਰਾ ਬਿਹੇਵੀਅਰ ਜਿਹੜਾ ਹੈ ਉਸ ਨੇ ਉਸ ਨੂੰ ਡਿਸਟਰਬ ਕਰਤਾ। ਤੇ ਅੱਜ ਹਾਈਪਰਨੈਸ ਦੇ ਉੱਤੇ ਤੇ ਬੜੀ ਵੱਡੀ ਇੱਥੇ ਬਹਿਸ ਛਿੜੀ ਪਈ ਹੈ। ਕਿਤੇ HD ਦੀ ਗੱਲ ਕੀਤੀ ਜਾਂਦੀ ਹੈ ਕਿ ਕਿਹਾ ਜਾਂਦਾ ਹੈ ਕਿ ਹਾਈ ਜਿਹੜੀ ਹੈ ਬੱਚੇ ਦੇ ਅੰਦਰ ਜਿਹੜਾ ਉਹ ਹਾਈਪਰ ਹੋ ਜਾਂਦਾ ਹੈ, ਉਹਦੇ 'ਚ ਜਿਹੜੀ ਇਹ ਅਟੈਂਸ਼ਨ ਡਿਫੀਸ਼ੀਐਂਸੀ ਹੋ ਰਹੀ ਹੈ। ਇਸ ਕਿਸਮ ਦੇ ADHD AD ਬਿਹੇਵੀਅਰਲ ਇਸ਼ੂਜ਼ ਇਹੋ ਜਿਹੇ ਵਾਰ ਡਾਇਗਨੋਸਿਸ ਦੀ ਗੱਲ ਆਉਂਦੀ ਹੈ। ਹਾਲਾਂਕਿ ਧਿਆਨ ਇਹ 'ਤੇ ਨਹੀਂ ਦਿੱਤਾ ਜਾ ਰਿਹਾ ਕਿ ਖੁਰਾਕ ਕੀ ਹੈ ਬੰਦੇ ਦੇ, ਉਸ ਈਵਨ ਪੂਰੇ ਪਰਿਵਾਰ ਦੀ ਹੀ ਲਾ ਲਓ ਉਸ ਰੂਪ ਦੇ ਵਿੱਚ। ਛੋਟੀ ਜਿਹੀ ਐਗਜ਼ਾਮਪਲ ਕਰ ਦਿੰਦਾ, ਆਈ ਨੋ ਫਿਲੋਸਫਿਕਲੀ ਲਗਾਤਾਰ ਚੱਲਿਆ ਉਦੋਂ ਦਾ ਸਮ ਟਾਈਮ ਵੀ ਐਕਚੁਅਲੀ ਹੈਵ ਸਮ ਸੋਰਟ ਆਫ ਕਿ ਇੱਕ ਤਰ੍ਹਾਂ ਦੇ ਨਾਲ ਜਿਵੇਂ ਬੋਰਡਮ ਵੀ ਬੰਦੇ ਨੂੰ ਆ ਜਾਂਦਾ, ਵੀ ਸੌਣ ਹੀ ਲੱਗ ਜਾਂਦਾ ਬੰਦਾ, ਵੀ ਇਹ ਕੀ ਗੱਲਾਂ ਹੋਈ ਜਾਂਦੀਆਂ। ਹਾਲਾਂਕਿ ਸਾਰੀ ਬਾਣੀ ਦੀ ਸਿੰਪਲ ਵਿਆਖਿਆ ਹੀ ਹੈ ਫਰਦ ਉਸ ਲੈਵਲ 'ਤੇ ਮੰਨੀ ਜਾਏ ਤੇ। ਖੈਰ ਜਿਹੜੀ ਐਗਜ਼ਾਮਪਲ ਦੇਣ ਲੱਗਾ ਸੀਗਾ, ਮੇਰੇ ਇੱਕ ਨੌਨ ਫੈਮਿਲੀ ਹੈਗੇ ਨੇ UK ਦੇ ਵਿੱਚ, ਅਤੇ ਪਹਿਲਾਂ ਤਾਂ ਉਹਨਾਂ ਨੇ ਮੈਰਿਡ ਲਾਈਫ ਨੂੰ ਕਾਫੀ ਸਮਾਂ ਹੋ ਗਿਆ, ਐਂਡ ਬੋਥ ਵਰ ਵਰਕਿੰਗ ਇਨ ਚਾਈਲਡ ਸਾਈਕੋਲੋਜੀਕਲ ਫੀਲਡ, and they were not able to decide should we have kid or not. They around actually you can say spent together around 10 years just to have this idea कि ਆਪਾਂ ਅਗਾਂ ਜਨਰੇਸ਼ਨ ਤੋਰੀਏ ਕਿ ਨਾ ਤੋਰੀਏ। ਕਿਤੇ 10 ਸਾਲ ਦੇ ਜੀਵਨ ਤੋਂ ਬਾਅਦ ਸੋਚਿਆ ਨਹੀਂ ਇੰਨੇ ਸਵਾਰਥੀ ਵੀ ਨਹੀਂ ਹੋ ਸਕਦੇ ਅਸੀਂ, ਲੈਟਸ ਹੈਵ ਕਿਡਸ। ਠੀਕ ਹੈ ਜੀ, ਬੱਚਾ ਕੁਦਰਤ ਨੇ ਨਵਾਜਿਆ ਬਖਸ਼ਿਆ, ਤੇ ਕਹਿੰਦੇ ਹੁਣ ਹੋਇਆ ਕਿ ਜਿਸ ਚੀਜ਼ ਬਾਰੇ ਅਸੀਂ ਬਿਲਕੁਲ ਖੌਫਜ਼ਦਾ ਸੀਗੇ ਉਹੀ ਚੀਜ਼ ਬੱਚੇ 'ਚ ਦਿਸ ਰਹੀ ਆ, ਉਸੇ ਤਰ੍ਹਾਂ ਦੀਆਂ ਜਿੱਦਾਂ ਸਭ ਕੁਛ ਉਸ ਰੂਪ ਦੇ ਵਿੱਚ। ਖੈਰ ਕਹਿੰਦੇ ਫਿਰ ਨਾ ਅਸੀਂ ਕਿਹਾ ਕਿ ਜੋ ਅਸੀਂ ਇਹਨੂੰ ਬਣਾਉਣਾ ਚਾਹੁੰਦੇ ਹਾਂ ਪਹਿਲਾਂ ਆਪ ਬਣਨਾ ਪੈਣਾ। ਉਹ ਕਹਿੰਦੇ ਵੀ ਸਭ ਤੋਂ ਵੱਡਾ ਇਸ਼ੂ ਉਸ ਸਮੇਂ ਦੇ ਵਿੱਚ ਆਇਆ ਕਿ TV, ਕਿਉਂਕਿ TV ਸਕਰੀਨ ਹੁਣ ਸਾਰਾ ਦਿਨ ਇੱਕ ਬੰਦਾ ਕਿਤੇ ਆਫਿਸ ਵਿੱਚ ਕੰਮ ਕਰਦਾ ਹੈ, ਕਿਤੇ ਬੜਾ ਸਟ੍ਰੈਸਫੁਲ ਵਰਕ ਇਨਵਾਇਰਮੈਂਟ ਆ, ਉਹ ਸ਼ਾਮ ਨੂੰ ਹੁੰਦਾ ਤਾਂ ਉਹਨੂੰ ਹੁੰਦਾ ਵੀ ਓਕੇ ਲੈਟਸ ਹੈਵ ਸਮ TV ਸਕਰੀਨ ਸੋ ਦੈਟ ਆਈ come out of the whole misery which I have actually dealing with that misery whole day. So let's come out of that kind of actually madness. TV will help me. TV ਸਕਰੀਨ ਅੱਗੇ ਬਹਿ ਜਾਣਾ। ਤੇ ਬੀਬੀ ਜੀ ਭੈਣ ਜੀ ਕਹਿੰਦੇ ਕਿ ਮੈਂ ਉੱਥੇ ਬੈਠ ਕੇ TV ਦੇਖਣਾ, ਮੈਂ TV ਬੜਾ ਇੰਜੋਏ ਕਰਨਾ। ਕੁਝ ਇੱਕ ਮੇਰੇ ਜਿਵੇਂ ਸੋਪ ਓਪਰਾ ਹੁੰਦੇ ਨੇ ਇਹੋ ਜਿਹੇ ਕੁਝ ਸ਼ੋਅ ਸੀਗੇ, ਮੈਂ ਉਹਨੂੰ ਜ਼ਰੂਰ ਦੇਖਿਆ ਕਰਨੇ। ਕੀ ਦੇਖਿਆ ਕਿ ਬੱਚਾ ਅਜੇ ਬਹੁਤ ਛੋਟਾ ਜਿਹਾ ਆ ਤੇ ਉਹ TV ਬੜਾ ਦੇਖਦਾ, ਤੇ ਮੈਨੂੰ ਲੱਗਦਾ ਨਹੀਂ ਤੇ ਠੀਕ ਨਹੀਂ ਹੈ। ਫਿਰ ਕੀ ਕੀਤਾ ਜਾਏ? ਅਸੀਂ ਕਿਹਾ ਵੀ ਇੱਕ ਕੰਮ ਕਰੀਏ, ਪਹਿਲਾਂ ਤੇ TV ਨੂੰ ਘਰ ਦੇ ਸੈਂਟਰਲ ਪੁਆਇੰਟ ਤੋਂ ਇੱਥੋਂ ਮੂਵ ਕਰੀਏ। ਪਰ ਮੈਂ ਵੀ ਆਵਾਜ਼ ਕਰਦੀ ਹਾਂ, ਬੜਾ ਔਖਾ ਹੋਇਆ, ਪਰ ਆਪਣੇ ਆਪ ਤੇ ਕੰਮ ਕੀਤਾ। ਕਿਹਾ ਨਹੀਂ, ਇਹ ਚੀਜ਼ ਜਿਹੜੀ ਹੈ ਜੇ ਬੱਚੇ ਲਈ ਠੀਕ ਨਹੀਂ ਤੇ ਫਿਰ ਮੈਨੂੰ ਆਪਣੇ ਆਪ ਨੂੰ ਸੈਕਰੀਫਾਈਸ ਕਰਨਾ ਚਾਹੀਦਾ ਹੈਗਾ। ਉਹ TV ਚੱਕਿਆ ਕਿਤੇ ਹੋਰ ਰੱਖਿਆ, ਪਰ ਬੱਚਾ ਤੇ ਆਲਰੇਡੀ ਯੂਜ਼ ਟੂ ਹੋ ਚੁੱਕਾ ਸੀਗਾ। ਹੁਣ ਹੋਇਆ ਕਿ ਅਸੀਂ ਉਹਦੇ ਨਾਲ ਫਿਰ ਪਲਾਨਿੰਗ ਕੀਤੀ ਇਹ ਕੀਤੀ ਕਿ ਵੀ ਗੋਇੰ ਟੂ ਵਾਚ ਟੂਗੈਦਰ, ਐਂਡ ਆਵਰ ਵਾਚਿੰਗ ਟਾਈਮ ਵਿਲ ਬੀ ਐਕਚੁਅਲੀ ਲਿਮਿਟਡ। ਸੋ ਵੀ ਸਟਾਰਟਿਡ ਵਿਦ 1 ਆਵਰ, ਇਕੱਠੇ ਐਜ਼ ਏ ਫੈਮਿਲੀ ਬੈਠਾਂਗੇ ਅਸੀਂ। ਕਹਿੰਦੇ ਉਹ ਘੰਟੇ ਦੇ ਵਿੱਚ ਅਸੀਂ ਕਹਿਣਾ ਕਿ ਅਸੀਂ 40 ਮਿੰਟ ਬੈਠਾਂਗੇ, ਤੂੰ 10 ਮਿੰਟ ਪਹਿਲਾਂ ਬੈਠੀ ਤੇ 10 ਮਿੰਟ ਬਾਅਦ ਦੇ ਵਿੱਚ ਬੈਠੀ। ਠੀਕ ਹੈ ਜੀ, ਅਸੀਂ 10 ਮਿੰਟ ਉਹਨੇ TV ਲਗਾ ਲਿਆ, ਕੋਈ ਸ਼ੋਅ ਲਗਾ ਲਿਆ, ਉਹਨੇ ਆਵਾਜ਼ਾਂ ਕਰਨੀਆਂ, ਮੋਮ ਕਮ ਹੇਅਰ, ਡੈਡ ਕਮ ਹੇਅਰ, ਓ ਵੈਰੀ ਗੁੱਡ ਸ਼ੋਅ, ਲੈਟਸ ਵਾਚ ਇਟ। ਅਸੀਂ ਚਲੇ ਜਾਣਾ, 10 ਮਿੰਟ ਬਾਅਦ ਸ਼ੁਰੂ ਹੋਣਾ, ਚੱਲਣਾ, ਅਜੇ ਪ੍ਰੋਗਰਾਮ ਚੱਲ ਰਿਹਾ। ਕਹਿੰਦੇ ਅਸੀਂ ਆਪਣਾ ਅਲਾਰਮ ਲਗਾਇਆ ਹੋਣਾ, ਤੇ ਕਈ ਵਾਰੀ ਬਹੁਤ ਇੰਟਰਸਟਿੰਗ ਮੋਡ 'ਤੇ ਕੋਈ ਪ੍ਰੋਗਰਾਮ ਚੱਲ ਰਿਹਾ, ਐਂਡ ਵੀ ਡੋਂਟ ਵਾਂਟ ਟੂ ਲੀਵ। ਰੀਅਲੀ ਇਟਸ ਵੈਰੀ ਇੰਟਰਸਟਿੰਗ ਜਿਹੜਾ ਹੈਗਾ ਸਾਨੂੰ ਲੱਗਦਾ। ਪਰ ਹੋਇਆ ਕਿ ਅਸੀਂ ਕਿਹਾ ਕਿ ਨਹੀਂ, ਪ੍ਰੋਮਿਸ ਵਿੱਚ ਰਹਿਣਾ ਆ, ਅਸੀਂ ਛੱਡ ਜਾਣਾ। ਮੁੜ ਕੇ ਉਹਦਾ ਅਲਾਰਮ ਲਾ ਦੇਣਾ ਵੀ ਲੈ ਵੀ ਤੇਰਾ 10 ਮਿੰਟ ਦਾ ਅਲਾਰਮ ਹੈ, ਤੂੰ ਹੁਣ 10 ਮਿੰਟ ਬਾਅਦ ਬੰਦ ਕਰਕੇ ਆ ਜੀ। ਉਹ ਕਹਿੰਦੇ 10 ਮਿੰਟ ਘੰਟਾ ਵੀ ਹੋ ਜਾਣਾ, ਸਵਾ ਘੰਟਾ ਵੀ ਹੋ ਜਾਣਾ, ਬਟ ਵੀ ਕੀਪ ਔਨ ਰਿਮਾਈਂਡਿੰਗ ਐਂਡ ਡੂਇੰਗ ਐਂਡ ਆਲ ਦੈਟ।
करद्या विद इन एक्चुअली 1 year exercise, we come at the point where we whole family were watching only 30 minutes TV every night, nothing else. इस रूप ਦੇ ਵਿੱਚ ਮੈਂ ਇੱਕ ਬਾਤ ਕੀਤੀ ਹੈ, ਉਹ ਕਹਿੰਦੇ ਇਨ ਬਿਨ ਫਿਰ ਸਾਡੇ ਫੂਡ ਇਨਟੇਕ ਦੀ ਗੱਲ ਹੋਈ। ਅਸੀਂ ਫਿਰ ਫੂਡ ਦੇ ਵਿੱਚ ਕੋਈ 5 ਸਾਲ ਜਿਹੜੀ ਰਾ ਸ਼ੂਗਰ ਹੁੰਦੀ ਹੈ ਬਿਲਕੁਲ, ਅਸੀਂ ਬਿਲਕੁਲ ਐਲੀਮੀਨੇਟ ਹੀ ਕਰ ਦਿੱਤੀ ਕੰਪਲੀਟਲੀ। ਅਸੀਂ ਕੁਝ ਮਿੱਠੀਆਂ ਚੀਜ਼ਾਂ ਹੋਰ ਲੈ ਆਉਣੀਆਂ, ਬਟ ਸ਼ੂਗਰ ਬਿਲਕੁਲ ਜਿਹੜੀ ਐਲੀਮੀਨੇਟ ਕਰ ਦਿੱਤੀ। ਇਹਦੇ ਨਾਲ ਫਿਰ ਅਸੀਂ ਹੌਲੀ ਹੌਲੀ ਕਰਕੇ ਐਕਸਰਸਾਈਜ਼ ਬਣਾਈ। एक्चुअली ये देखा जाए, हालांकि अजे तो लॉबिंग हो रही बड़ी होनी है, आप देखोगे दुनिया पद्धर ते इशूज़ हो रही बड़े चल रहे ने। ग्लोबल वार्मिंग कल्ली ही डील कर ले पूरी मनुखता, इन्ना ही बहुत आ, अदरवाइज़ लग नहीं रहा कि ये कुछ हो पाएगा। पर जब दूसरे लैवल ते देखा जाए, कदी टबैको जिन्होंने जगत झूठ आ, ये खिलाफ मनुखवादी लोगों ने, मनुखी सेहत नूं प्यार करने वालियां ने बड़ी एडवोकेसी की ह्यूमन हैल्थ की। तो एडे वड्डे जायंट जिन्हां दे कोल बेतहाशा रिसोर्सिस सीगे, उन्हां दा मूँह बंद किया तो उन्होंने उस लैवल ते लियांदा जिथे उन्होंने एक्सैप्ट किया भी यस टबैको एक्चुअली डज सम सॉर्ट ऑफ हार्म टू ह्यूमन हेल्थ। Then they realized, yes, we were lying. Then they realized, no, actually, we're going to listen health experts. Then वो वार्निंग साइन ते आए। अखीर उन्होंने उत्थे लियांदा गया कि ਜਿਹੜੇ ਤੁਹਾਡੇ ਪ੍ਰੋਡਕਟ ਸੈੱਲ ਹੋਣੇ ਨੇ ਉਹਦੀ ਏਜ ਸੈੱਟ ਹੋਏਗੀ, ਉਹਦੇ ਖਾਸ ਕਿਸਮ ਦੀਆਂ ਰਿਸਟ੍ਰਿਕਸ਼ਨਸ ਹੋਣਗੀਆਂ, ਤੇ ਅਖੀਰ ਜਿਹੜੇ ਉਹ ਪੈਕੇजेस ਹੋਣਗੇ ਉਹਨਾਂ ਦੇ ਉੱਤੇ ਹੀ ਫੋਟੋਆਂ ਲਾਈਆਂ ਜਾਣਗੀਆਂ ਵੀ ਇਹ ਕੈਂਸਰ ਕਾਜ਼ ਕਰਦੇ ਨੇ, ਐਵੇਂ ਦਾ ਗਲੇ ਦਾ ਕੈਂਸਰ, ਮੂੰਹ ਦਾ ਕੈਂਸਰ, ਤਾਂ ਕਿ ਜਿਹੜਾ ਬੰਦਾ ਐਟਲੀਸਟ ਉਹਨੂੰ ਪਕੜੇ, ਇੱਕ ਵਾਰੀ ਉਹਨੂੰ ਸ਼ੌਕ ਤੇ ਲੱਗੇ ਵੀ ਵਟ ਆਈ ਐਮ ਗੈਟਿੰਗ ਫਰੋਮ ਇਟ। ਇਸ ਕਿਸਮ ਦੇ ਹਾਲਾਤ ਵਿੱਚ ਅੱਜ ਲਿਆਂਦਾ। ਇਹ ਬੜੀ ਵੱਡੀ ਇੱਕ ਜਰਨੀ ਹੈ ਸਮੁੱਚੇ ਮਨੁੱਖਤਾ ਦੀ, ਜੇ ਕਲੈਕਟਿਵ ਵੇ ਨਾਲ ਦੇਖਿਆ ਜਾਏ। ਹੁਣ ਇਹਦੀ ਤੇ ਬਾਤ ਹੋ ਰਹੀ ਹੈ ਸ਼ੂਗਰ ਦੇ ਪੈਕੇਜ ਤੇ ਵੀ ਹੁਣ ਇਸ ਤਰ੍ਹਾਂ ਹੋਣਾ ਚਾਹੀਦਾ, ਇਹਦੇ ਤੇ ਵੀ ਹੋਣਾ ਚਾਹੀਦਾ ਕਿ ਇਹਦਾ ਇਨਟੇਕ ਬੰਦੇ ਦੇ ਉੱਤੇ ਕੀ ਅਸਰ ਕਰਦਾ ਹੈ। ਹਾਲਾਂਕਿ एडा ईजी नहीं हैगा, क्योंकि बड़ियां जायंट पिछे कंपनियां ते बड़ा कुछ बैठा हैगा, बट जिहड़े मनुखी समाज नूं ते मनुखी रेस नूं प्यार करते हैं वो इहदे उत्ते लग रहे हैं, वो जोर लगा रहे इहदे उत्ते रात दिन। ये जिहड़ी बात मैं तां कह रहा क्योंकि सानूं खुद नूं एहसास नहीं असीं की खा रहे हैं, साडे घरां 'च की खाधा जा रहा है, बच्चे की खा रहे हैं, बच्चियां नूं असीं की दे रहे हैगे आ। सो सारे दे नाल फिर हुंदा इस रूप दे विच कि असीं क्रुजी जाने भी अंदर की चल रहा है। हुण जिवें आप गुरु के हजूर बैठे हो, देवतियां वर्गे लोग हो, सहजता दे नाल सहज समाध होके बैठे हुए थे। अदरवाइज बंदे लई गुरु के हजूर बहना भी हार्ड आ, बंदे लई किसी किस्म दा पेशेंस शो करना कितना हार्ड आ। ते बंदे नूं कहा जा रहा रसना हरी दा नाम जपे, किवें जपे? ਉਹਦੇ ਕੋਲ ਤੇ ਨਾ ਉਸ ਕਿਸਮ ਦੀ ਪੇਸ਼ੈਂਸ ਆ, ਨਾ ਉਸ ਕਿਸਮ ਦਾ ਸਕੂਲ ਆਫ ਥਾਟ ਆ, ਤੇ ਉਹਦੇ ਲਈ ਤੁਹਾਨੂੰ ਲੱਗੇਗਾ ਇਸ ਤੋਂ ਤੇ ਮਾੜੀ ਚੀਜ਼ ਹੀ ਕੋਈ ਨਹੀਂ ਹੈ। ਮੈਡੀਟੇਸ਼ਨ ਜਿਹੜਾ ਆ ਇਹ ਸੀਰੀਅਸ ਬਿਜ਼ਨਸ ਆ, ਇਹ ਕੋਈ ਮਤਲਬ ਐਵੇਂ ਨਹੀਂ ਹੈਗਾ ਕਿ ਬੰਦਾ ਕਿਸੇ ਲੈਵਲ ਤੇ ਸੋਚੇ ਕਿ ਬੜੀ ਫੈਂਸੀ ਐਕਟ ਆ, ਨਾ 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 ਨਾ, ਇਹ ਤੇ ਬਹੁਤ ਇੱਕ ਗਹਿਰੇ ਤਲ ਤੇ ਆਪਣੇ ਆਪ ਨਾਲ ਬੈਠਣ ਦੀ ਗੱਲ ਆ। ਬਾਬਾ ਜੀ ਜੋ ਇਹਦੇ ਚ ਬਾਤ ਕਰ ਰਹੇ ਨਾ, ਮਹਾਰਾਜ ਬਿਆਨ ਕਰਦੇ ਰਸਨਾ ਗੁਣਵੰਤੀ ਗੁਣ ਗਾਵੈ, ਰਸਨਾ ਗੁਣਾਂ ਦੀ ਵੰਤੀ ਗੁਣਾਂ ਦੀ ਖਾਨ ਆ। पर उदों च गुण गाए, जे किते साडे अंदर इहो जिहा एक्सरसाइज करने का मादा आ जाए, इस जीभा नाल असीं चंगे बचन अपने आप ना बोलीए, अपने आप ना गल्लां करिए, सारी बाणी अपने आप नाल। आपां कल्ला आनंद साहब भी पढ़ीए, पूरी आनंद साहब की रचना पढ़ो, की है गुरु साहब अपने आप नाल गल कर रहे हैं। वार वार कहा जा रहा है अपने मन नूं आवाज़ दित्ती है, शरीर नूं आवाज़ दित्ती है, कहा जा रहा आनंद पिया मेरी माए, मत नाल गल हो रही है, ओ माई इंटलैक्ट। Now we are enjoying that pleasure where we can see our Guru, where we can enjoy the presence of our Guru. Anand paya meri maaye, Satguru मैं पाया, Satguru ता पाया सहज सेति। Guru was always here, but you know, oh my intellect, we were not in that patience, we were not on that pace. Now we are there, so that's why we are able to watch, that's why we are able to witness our Guru. ਜਿਵੇਂ ਤੁਸੀਂ ਕਿਸੇ ਚੀਜ਼ ਤੋਂ ਬੜੀ ਸਪੀਡ ਨਾਲ ਐਵੇਂ ਅੱਖ ਕੱਢ ਲਓ, ਤੁਹਾਨੂੰ ਨਹੀਂ ਦਿਸਦੀ, ਤੁਸੀਂ ਬੜੇ ਆਰਾਮ ਨਾਲ ਧਿਆਨ ਨਾਲ ਦੇਖਦੇ ਹੋ ਤਾਂ ਪਤਾ ਹਾਂ ਚੀਜ਼ ਤੇ ਹੈ ਇੱਥੇ। ਕਿਆ ਉਸ ਸਹਿਜ ਰੂਪ ਦੇ ਵਿੱਚ ਇਹ ਸਾਰੀ ਆਪਣੇ ਆਪ ਨਾਲ ਗੱਲ ਆ।
ਗੁਣਵੰਤੀ ਰਸਨਾ ਉਸ ਗੁਣ ਉਸ ਨੂੰ ਗਾ ਕੇ ਗੁਣਾਂ ਦੀ ਖਾਨ ਦੇ ਨਾਲ ਆਪਣੇ ਆਪ ਨੂੰ ਜੋੜਦਾ। ਸਾਹਿਬ ਨੇ ਕਿਹਾ ਰਸਨਾ ਗੁਣਵੰਤੀ ਗੁਣ ਗਾਵੈ, ਨਾਮ ਸਲਾਹੇ ਸੱਚੇ ਭਾਵੈ। ਨਾਮ ਦੀ ਸਲਾਹਤਾ ਕਰਦੀ, ਵਡਿਆਉਣ ਵਾਲੀ ਚੀਜ਼ ਨੂੰ ਵਡਿਆਉਂਦੀ ਤੇ ਫਿਰ ਸੱਚ ਨੂੰ ਭਾ ਜਾਂਦੀ, ਰੱਬ ਨੂੰ ਚੰਗੀ ਲੱਗ ਜਾਂਦੀ। ਗੁਰਮੁਖ ਸਦਾ ਰਹਿ ਰੰਗਰਾਤੀ, ਮਿਲ ਸੱਚੇ ਸੋਭਾ ਪਾਵਣਿਆ। ਜਿਹੜੇ ਗੁਰੂ ਵੱਲ ਮੂੰਹ ਕਰਕੇ ਸਦਾ ਇਸ ਤਰ੍ਹਾਂ ਦੇ ਰੰਗ ਪ੍ਰੇਮ ਚ ਰੰਗੇ ਜਾਂਦੇ, ਉਹਨਾਂ ਨੂੰ ਸੱਚੀ ਸੋਭਾ, ਸਹੀ ਸੋਭਾ ਜੀਵਨ ਦੀ। ਅਦਰਵਾਈਜ਼ ਝੂਠੀ ਸੋਭਾ ਵਿਖਾਵੇ ਵਿੱਚ ਹੁੰਦੀ ਹੈ। ਬੰਦਾ ਆਲੇ ਦੁਆਲੇ ਤੋਂ ਧੱਕੇ ਨਾਲ ਵੀ ਥੋੜ੍ਹੀ ਤਾਰੀਫ ਕਰਵਾਉਂਦਾ ਆਪਣੀ, ਜਿਹੜਾ ਨਹੀਂ ਕਰਦਾ ਉਸ ਦੀ ਆਪਣੇ ਵੱਲੋਂ ਬੜੀ ਨਿਖੇਧੀ ਕਰਦਾ ਵੀ ਤੇਰੇ ਤੋਂ ਨਿਖੇਧ ਬੰਦਾ ਹੀ ਕੋਈ ਨਹੀਂ। ਕਿਉਂ? ਕਿਉਂਕਿ ਤੂੰ ਮੇਰੀ ਤਾਰੀਫ ਨਹੀਂ ਕਰਦਾ। ਜੇ ਮੇਰੀ ਕਰੇਗਾ ਮੈਂ ਵੀ ਤੇਰੀ ਥੋੜ੍ਹੀ ਤਾਰੀਫ ਕਰਾਂਗਾ। ਇਹ ਦੁਨੀਆ ਇਸ ਕਿਸਮ ਦੀ ਬਣੀ ਹੈ ਸਾਰੀ। ਸੱਚੀ ਸੋਭਾ ਨਹੀਂ, ਗੁਣ ਦੀ ਕਦਰ ਹੋਏਗੀ, ਗੁਣ ਦੀ ਵਡਿਆਈ ਹੋਏਗੀ। ਇੱਥੇ ਮਹਾਰਾਜ ਕਹਿੰਦੇ ਉੱਥੇ ਫਿਰ ਸੱਚੀ ਸੋਭਾ ਉਹ ਪ੍ਰਾਪਤ ਕਰਦਾ। ਅਗਲਾ ਬਚਨ ਲਿਖਿਆ ਸਾਹਿਬ ਨੇ ਕਿਹਾ ਕਿ ਭਾਈ ਮਨਮੁਖ ਕਰਮ ਕਰੇ ਅਹੰਕਾਰੀ। ਪਰ ਜਿਹੜਾ ਮਨ ਦਾ ਮੁਰੀਦ ਆ ਉਹ ਇਹੋ ਜਿਹੇ ਧਰਮ ਕਰਮ ਕਰਦਾ ਜਿਹਦੇ ਨਾਲ ਹੰਕਾਰ ਹੋਰ ਵਧੇ, ਜਿਹੜੀ ਸਮੱਸਿਆ ਹੀ ਵਧੀ ਜਾਏ ਬੰਦੇ ਦੀ। ਬੰਦਾ ਇੱਕ ਆਮ ਬੰਦਾ ਇੰਨਾ ਹੰਕਾਰੀ ਨਹੀਂ ਹੈਗਾ ਜਿੰਨਾ ਧਾਰਮਿਕ ਬੰਦਾ ਹੰਕਾਰੀ ਹੋ ਜਾਂਦਾ, ਸੌਰੀ ਟੂ ਸੇ। ਕਿਉਂਕਿ ਉਹਨੂੰ ਲੱਗਦਾ ਕਿ ਦੂਜੇ ਤੇ ਸਾਰੇ ਕੀੜੇ ਮਕੌੜੇ ਨੇ, ਮੈਂ ਤੇ ਬੜੀ ਬਲਾਮ ਆ, ਬੜੀ ਤੋਪ ਆ ਅਸਲ ਦੇ ਵਿੱਚ। ਕਿਉਂ? ਕਿਉਂਕਿ ਆਈ ਐਮ ਡੂਇੰਗ ਸਮ ਸੋਰਟ ਆਫ ਰਿਲੀਜੀਅਸ ਐਕਸਰਸਾਈਜ਼ਸ। ਬਾਬਾ ਜੀ ਕਹਿੰਦੇ ਕੀ ਹੋ ਰਿਹਾ? ਮਨਮੁਖ ਕਰਮ ਕਰੇ ਅਹੰਕਾਰੀ, ਜੂਆ ਜਨਮ ਸਭ ਬਾਜੀ ਹਾਰੀ। ਇਸ ਤਰ੍ਹਾਂ ਹੀ ਹੈ ਜਿਵੇਂ ਇੱਕ ਜੁਆਰੀ ਜੂਏ ਦੇ ਅੱਡੇ 'ਚ ਬੈਠ ਕੇ ਕਹਿੰਦਾ ਵੀ ਗੱਲ ਹੀ ਕੁਛ ਨਹੀਂ ਹੈ, ਸਾਰੀ ਦੁਨੀਆ ਮੈਂ ਹੀ ਖਰੀਦ ਲੈਣੀ ਹੈ। ਅੱਜ ਹੀ ਬਸ ਆ ਬਾਜੀ ਲਾਤੀ ਏ, ਇੱਥੋਂ ਟਰੱਕ ਭਰ ਕੇ ਜਿਹੜਾ ਹੈਗਾ ਉਹ ਮਾਇਆ ਦਾ ਲੈ ਜਾਣਾ, ਕਰੰਸੀ ਦਾ ਲੈ ਜਾਣਾ, ਐਂਡ ਆਮ ਗੋਨਾ ਡੂ ਐਵਰੀਥਿੰਗ। ਮੈਂ ਹੋਮਲੈਸ ਵਾਸਤੇ ਘਰ ਵੀ ਬਣਾ ਦੇਣੇ ਨੇ, ਮੈਂ ਵੀ ਕਰ ਦੇਣਾ। ਇੰਨਾ ਨਹੀਂ ਪਤਾ ਜੋ ਕੋਲ ਪੂੰਜੀ ਉਹ ਵੀ ਗਵਾਚ ਜਾਏਗੀ। ਜਿਹੜਾ ਬਹੁਤ ਧਾਰਮਿਕ ਤੌਰ ਤੇ ਕਰਮਕਾਂਡੀ ਹੋ ਕੇ ਬੰਦਾ ਜੀਂਦਾ, ਉਹਦੀ ਪ੍ਰਵਿਰਤੀ ਇਹੋ ਜਿਹੀ ਹੈ। ਉਹਨੂੰ ਲੱਗਦਾ ਵੀ I'm gonna actually win that supernatural power by doing some sort of religious exercises. ਉਹਨੂੰ ਇਹ ਨਹੀਂ ਪਤਾ ਇਹ ਐਕਸਰਸਾਈਜ਼ ਕਿਸੇ ਸੁਪਰਨੈਚੁਰਲ ਪਾਵਰ ਨੂੰ ਪ੍ਰਾਪਤ ਕਰਨ ਵਾਸਤੇ ਨਹੀਂ ਗਿਆ, ਜੋ ਮਿਲਿਆ ਆ ਉਹਨੂੰ ਸੰਭਾਲਣ ਵਾਸਤੇ ਹੈ। ਪਾਵਰ ਤੇ ਆਲਰੇਡੀ ਹੈ। ਜੀਵਨ ਤੋਂ ਵੱਡੀ ਸ਼ਕਤੀ ਕਿਹੜੀ ਹੋਏਗੀ? ਪਰ ਇਹਦਾ ਪਤਾ ਹੀ ਨਹੀਂ ਇਹਨੂੰ ਯੂਜ਼ ਕਿਵੇਂ ਕਰਨਾ। ਜ਼ਬਾਨ ਤੋਂ ਵੱਡੀ ਸ਼ਕਤੀ ਕਿਹੜੀ ਹੋਏਗੀ? ਕੰਨਾਂ ਤੋਂ ਵੱਡੀ ਤਾਕਤ ਕਿਹੜੀ ਹੋਏਗੀ? ਮਨ ਤੋਂ ਵੱਡੀ ਸ਼ਕਤੀ ਕਿਹੜੀ ਹੋਏਗੀ? What else we are expecting? What else we are waiting here to get in this world? ਸਾਰਾ ਕੁਝ ਤੇ ਮਿਲਿਆ ਆ, ਪਰ ਪਤਾ ਹੀ ਨਹੀਂ ਇਸ ਚੀਜ਼ ਨੂੰ ਮੰਨਣ ਦਾ। ਸਭ ਕਹਿੰਦੇ ਉਹ ਮਨ ਦਾ ਮੁਰੀਦ ਜੂਏ ਦੀ ਬਾਜੀ ਹਾਰਿਆ, ਜੂਆ ਜਨਮ ਸਭ ਬਾਜੀ ਹਾਰੀ, ਅੰਤਰ ਲੋਭ ਮਹਾ ਗੁਬਾਰਾ। ਤੇ ਇਹਦਾ ਕਾਰਨ ਵੀ ਹੈ ਲਾਲਚ ਬਹੁਤ ਹੈ, ਸਵਾਰਥ, ਸੰਸਾਰ ਦਾ, ਸੰਸਾਰ ਤੋਂ ਬਾਅਦ ਦਾ ਵੀ। ਕਿਆ ਫਿਰ ਆਵਣ ਜਾਵਣੇ ਆ। ਫਿਰ ਉਹਦਾ ਕੁਦਰਤ ਕਹਿੰਦੀ ਵੀ ਕੋਈ ਨਾ, ਰੀਇਨਕਾਰਨੇਸ਼ਨ ਚੱਲੀ ਜਾਣ ਦਿਓ। ਬਿਲਕੁਲ ਆਖਰੀ ਪਦੇ ਲਾਈਨਾਂ ਲੈ ਕੇ ਸਮਾਪਤੀ ਕਰ ਦਿੰਦੇ ਆ। ਆਪੇ ਕਰਤਾ ਦੇ ਵਡਿਆਈ। ਬਾਕੀ ਜਿਹੜੀ ਵਡਿਆਈ ਆ ਇਹਦੇ ਕਰਤੇ ਦੀ ਦਾਤ ਆ, ਇਹ ਆਪ ਹੀ ਦਿੰਦਾ ਆ। ਉਹ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ। ਮਹਾਰਾਜ ਕਹਿੰਦੇ ਆਪੇ ਕਰਤਾ ਦੇ ਵਡਿਆਈ, ਜਿਨ ਕੋ ਆਪ ਲਿਖਤ ਤੁਰ ਪਾਈ। ਤੇ ਜਿਨ੍ਹਾਂ ਨੂੰ ਧੁਰ ਤੋਂ ਉਹਨੇ ਲਿਖ ਦਿੱਤਾ, ਕੋਈ ਪੁਰਬਲੇ ਸੰਸਕਾਰ ਜਿਹਨੂੰ ਅਸੀਂ ਕਹਿੰਦੇ ਹਾਂ, ਕੋਈ ਪ੍ਰੀਵੀਅਸ ਕਿਸਮ ਦਾ ਸਾਡੇ ਅੰਦਰ ਕੁਝ ਇਹੋ ਜਿਹਾ ਕੁਝ ਕੁਦਰਤ ਵੱਲੋਂ ਜਿਹੜਾ ਹੈਗਾ ਇੱਕ ਬਖਸ਼ਿਸ਼ ਦਾ ਚਿੰਨ੍ਹ ਅੰਦਰ ਪੈ ਜਾਏ, ਤੇ ਸਾਡੇ ਟ੍ਰੇਟਸ ਜਿਹੜੇ ਉਵੇਂ ਦੇ ਬਣ ਜਾਂਦੇ ਨੇ। ਕਿਆ ਜਿਨ ਕੋ ਆਪ ਲਿਖਤ ਤੁਰ ਪਾਈ, ਨਾਨਕ ਨਾਮ ਮਿਲੈ ਪਉ ਪੰਜਨ, ਗੁਰ ਸ਼ਬਦੀ ਸੁਖ ਪਾਵਣਿਆ। ਹੈ ਨਾਨਕ, ਇੱਥੇ ਜਾ ਕੇ ਫਿਰ ਡਰ ਸਾਰੇ ਖੰਡਿਤ ਕਰਨ ਵਾਲਾ ਅਸਲ ਰੱਬ ਦਾ ਨਾਮ ਪ੍ਰਾਪਤ ਹੁੰਦਾ, ਤੇ ਗੁਰੂ ਕੇ ਸ਼ਬਦ ਦੇ ਜ਼ਰੀਏ ਸਾਨੂੰ ਸੱਚਾ ਸੁਖ ਪ੍ਰਾਪਤ ਹੁੰਦਾ। ਸਾਹਿਬ ਰਹਿਮਤ ਕਰਨ, ਇਹਨਾਂ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ, ਅਸੀਂ ਗੁਰਮਤੀਏ ਬਣ ਸਕੀਏ। ਨਵੰਬਰ 1984 ਦੇ ਉਹਨਾਂ ਸਭ ਸ਼ਹੀਦਾਂ ਨੂੰ ਨਮਨ ਕਰਦਿਆਂ ਹੋਇਆਂ ਸਮਾਪਤੀ ਕਰਦੇ ਹਾਂ। ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।